ਪਿਆਰੇ ਬੱਚੋ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ। ਅੱਜ ਦੀ ਜੀਓਗ੍ਰਾਫੀ ਦੀ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਇੰਡੀਅਨ ਡਾਇਸਪੋਰਾ ਦੀ। ਇੰਡੀਅਨ ਡਾਇਸਪੋਰਾ ਕੀ ਹੁੰਦਾ ਹੈ ਔਰ ਇਸ ਦੇ ਸਾਰੇ ਜਿਹੜੇ ਡਾਇਮੈਂਸ਼ਨਸ ਆ ਅਸੀਂ ਅੱਜ ਦੀ ਕਲਾਸ ਦੇ ਵਿੱਚ ਕਲੀਅਰ ਕਰਾਂਗੇ। ਇਸ ਸਾਰੀ ਕਲਾਸ ਦੇ ਵਿੱਚ ਤੁਸੀਂ ਬਿਲਕੁਲ ਧਿਆਨ ਨਾਲ ਬੈਠ ਕੇ ਇਸ ਸਾਰੀ ਗੱਲਬਾਤ ਨੂੰ ਸੁਣਨਾ ਹੈ। ਸੋ ਸਭ ਤੋਂ ਪਹਿਲਾਂ ਤੇ ਗੱਲ ਕਰਦੇ ਹਾਂ ਕਿ ਇੰਡੀਅਨ ਡਾਇਸਪੋਰਾ ਕਹਿੰਦੇ ਕਿਹਨੂੰ, ਇਹਦੀ ਡੈਫੀਨੇਸ਼ਨ ਕੀ ਹੈ। ਇੰਡੀਅਨ ਡਾਇਸਪੋਰਾ ਤੋਂ ਮਤਲਬ ਹੈ ਉਹ ਭਾਰਤ ਦੇ ਲੋਕ ਜੋ ਵੱਖ-ਵੱਖ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪਰਮਾਨੈਂਟਲੀ ਜਾਂ ਟੈਂਪਰੇਰੀਲੀ ਵਸ ਗਏ ਜਾ ਕੇ। ਔਰ ਉਹ ਲੋਕ ਨਾ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਸਖਤ ਜੀ ਜਾਨ ਨਾਲ ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਆ, ਸਗੋਂ ਉਹ ਭਾਰਤ ਦੇ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਭੈਣ ਭਰਾ ਨੂੰ ਪੈਸੇ ਭੇਜ ਕੇ ਉਹਨਾਂ ਦੀ ਔਰ ਮੁਲਕ ਦੀ ਆਰਥਿਕ ਤਰੱਕੀ ਦੇ ਵਿੱਚ ਵੀ ਹਿੱਸਾ ਪਾਉਂਦੇ ਆ। ਸੋ ਇਹਦੇ ਵਿੱਚ NRIs ਆਉਂਦੇ ਆ, ਅਸੀਂ ਇਹ ਸ਼ਬਦ ਤੋਂ ਜਾਣੂ ਆ, ਅਕਸਰ ਹੀ ਸੁਣਦੇ ਆ ਨਾਨ ਰੈਜ਼ੀਡੈਂਟ ਆਫ ਇੰਡੀਆਜ਼ ਔਰ ਪਰਸਨਸ ਆਫ ਇੰਡੀਅਨ ਓਰੀਜਨ ਜਾਂ ਫਿਰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਮੌਜੂਦਾ ਸਮੇਂ ਦੇ ਵਿੱਚ ਜੋ NDA ਦੀ ਸਰਕਾਰ ਸੀ, ਨਰਿੰਦਰ ਮੋਦੀ 1, NDA 2 ਕਵਾਂਗੇ। NDA 1 ਤਾਂ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਸਰਕਾਰ ਸੀ। NDA 2 ਦੇ ਵਿੱਚ 2015 ਦੇ ਵਿੱਚ ਪਰਸਨਸ ਆਫ ਇੰਡੀਅਨ ਓਰੀਜਨ ਐਂਡ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ, ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀ। ਹੁਣ ਦੇਖਦੇ ਹਾਂ ਸਭ ਤੋਂ ਪਹਿਲਾਂ ਕਿ ਇਹ ਜ਼ਰੂਰੀ ਕਿਉਂ ਪੜ੍ਹਨਾ ਹੈ। ਪੰਜਾਬ ਦੇ ਔਰ ਭਾਰਤ ਦੇ ਕਾਫੀ ਜਿਹੜੇ ਪੜ੍ਹੇ ਲਿਖੇ ਪ੍ਰੋਫੈਸ਼ਨਲਸ ਆ, IT ਪ੍ਰੋਫੈਸ਼ਨਲਸ, ਡਾਕਟਰਸ, ਇੰਜੀਨੀਅਰਸ, ਉਹ ਅਕਸਰ ਹਰ ਸਾਲ ਜਿਹੜਾ ਉਹ ਵੀਜ਼ਾ ਲੈ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ। ਔਰ ਹੁਣੇ ਜੋ ਲੇਟੈਸਟ ਡਿਵੈਲਪਮੈਂਟ ਹੋਈ ਹੈ ਉਹ ਇਹ ਹੋਈ ਹੈ ਕਿ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਹਨ ਡੋਨਲਡ ਟਰੰਪ, ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਪਾਸ ਕਰਕੇ ਤੇ H1B ਵੀਜ਼ਾ ਜਿਹੜਾ ਹੈ ਉਹਦੇ ਉੱਪਰ ਦਸੰਬਰ 2020 ਤੱਕ ਬੈਨ ਲਗਾ ਦਿੱਤਾ ਹੈ, ਜਿਹੜਾ ਕਿ 24 ਜੂਨ ਤੋਂ ਸ਼ੁਰੂ ਹੋਇਆ ਹੈ। ਸੋ ਰਿਸਟ੍ਰਿਕਸ਼ਨ ਇਸ ਲਈ ਲਗਾਈਆਂ ਹਨ ਤਾਂ ਕਿ ਅਮਰੀਕਾ ਦੇ ਜਿਹੜੇ ਉੱਥੋਂ ਦੇ ਨਾਗਰਿਕ ਹਨ, ਸਿਟੀਜ਼ਨਸ ਹਨ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ, ਨੌਕਰੀਆਂ ਦੇ ਵਿੱਚ ਉਹਨਾਂ ਨੂੰ ਤਰਜੀਹ ਦਿੱਤੀ ਜਾ ਸਕੇ ਬਜਾਏ ਇਸ ਦੇ ਕਿ ਫੋਰਨ ਕੰਟਰੀਜ਼ ਦੇ ਜਿਹੜੇ ਲੋਕ ਹਨ। ਵੈਸੇ ਭਾਰਤ ਦੇ ਤਾਲੁਕਾਤ ਅਮਰੀਕਾ ਨਾਲ ਕਾਫੀ ਬਿਹਤਰ ਹਨ, ਸੋ ਹੋ ਸਕਦਾ ਹੈ ਕਿ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਨਾਲ ਭਾਰਤ ਕੁਛ ਰਿਆਇਤਾਂ ਇਹਦੇ ਵਿੱਚ ਲੈ ਲਏ। ਪਰ ਵੈਸੇ ਜਿਹੜੀ ਨੈਸ਼ਨਲ ਐਸੋਸੀਏਸ਼ਨ ਆਫ ਸੌਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼ ਹੈ, ਉਹਨਾਂ ਨੇ ਇਹ ਕਿਹਾ ਹੈ ਕਿ ਦਿਸ ਡਿਸੀਜ਼ਨ ਇਜ਼ ਬੇਸਡ ਔਨ ਮਿਸਪਰਸੈਪਸ਼ਨਸ ਐਂਡ ਮਿਸਇਨਫੋਰਮੇਸ਼ਨ। ਸੋ ਇਹਦੇ ਨਾਲ IT ਪ੍ਰੋਫੈਸ਼ਨਲ, ਸੌਫਟਵੇਅਰ ਇੰਜੀਨੀਅਰਸ ਹੈ, ਜਿਹੜੇ ਕੰਪਿਊਟਰ ਦੇ ਮਾਹਿਰ ਹੈ, ਉਹਨਾਂ ਨੂੰ ਵੀਜ਼ਾ ਲੈਣ ਦੇ ਵਿੱਚ ਦਿੱਕਤ ਆਏਗੀ। ਇਸ ਤਰ੍ਹਾਂ ਸਾਊਦੀ ਅਰੇਬੀਆ ਦੇ ਵਿੱਚ ਨਿਤਾਕਤ ਲਾਅ ਪਾਸ ਕੀਤਾ ਗਿਆ ਸੀਗਾ, ਜਿਸ ਦਾ ਅਰਥ ਇਹ ਸੀਗਾ ਕਿ ਉੱਥੇ ਵੀ ਜਿਹੜੇ ਸਾਊਦੀ ਅਰੇਬੀਆ ਦੇ ਨਾਗਰਿਕ ਹੈ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਤਰਜੀਹ ਦਿੱਤੀ ਜਾਏਗੀ ਬਜਾਏ ਇਸ ਦੇ ਕਿ ਕਿਸੇ ਵੀ ਹੋਰ ਮੁਲਕ ਤੋਂ ਆਉਣ ਵਾਲੇ ਜਿਹੜੇ ਪ੍ਰੋਫੈਸ਼ਨਲਸ ਹੈ। ਸੋ ਅਮਰੀਕਾ ਦੇ H1B ਵੀਜ਼ੇ ਨੂੰ ਰੋਕਣ ਦਾ ਸਭ ਤੋਂ ਵੱਡਾ ਜਿਹੜਾ ਅਸਰ ਹੈ ਉਹ ਭਾਰਤੀਆਂ ਤੇ ਹੋਏਗਾ, ਕਿਉਂਕਿ ਭਾਰਤ ਦੇ ਸਭ ਤੋਂ ਜ਼ਿਆਦਾ IT ਪ੍ਰੋਫੈਸ਼ਨਲਸ ਜਿਹੜੇ ਆ, ਸੌਫਟਵੇਅਰ ਇੰਜੀਨੀਅਰ ਹੈ, ਅਮਰੀਕਾ ਦੇ ਵਿੱਚ ਜਾਂਦੇ ਆ। ਦੂਸਰੇ ਨੰਬਰ ਤੇ ਚੀਨ ਦਾ ਨੰਬਰ ਆਉਂਦਾ ਹੈ। ਸੋ ਚਲੋ ਦੇਖਦੇ ਹਾਂ ਇਸ ਫੈਸਲੇ ਦਾ ਕੀ ਹੁੰਦਾ ਹੈ। ਸੋ ਭਾਰਤ ਦੇ ਲੋਕ ਵੱਖ-ਵੱਖ ਸਮੇਂ ਦੇ ਉੱਪਰ ਅਮਰੀਕਾ ਦੇ ਵਿੱਚ ਜਿਹੜੇ ਉਹ ਗਏ ਹਨ। ਸਭ ਤੋਂ ਪਹਿਲਾਂ ਤੁਸੀਂ ਅਗਰ ਦੇਖੋ ਤਾਂ ਈਸਟ ਇੰਡੀਆ ਕੰਪਨੀ ਵੈਸੇ ਤੇ ਸੰਨ 1600 ਦੇ ਵਿੱਚ ਭਾਰਤ ਦੇ ਵਿੱਚ ਆ ਗਈ ਸੀ ਵਪਾਰ ਕਰਨ ਲਈ, ਪਰ ਅੰਗਰੇਜ਼ਾਂ ਦਾ ਜਿਹੜਾ ਬਕਾਇਦਾ ਕਾਨੂੰਨੀ ਤੌਰ ਤੇ ਕਬਜ਼ਾ ਹੈ ਭਾਰਤ ਦੇ ਉੱਪਰ, ਉਹ 1757 ਦੀ ਜਿਹੜੀ ਪਲਾਸੀ ਦੀ ਲੜਾਈ ਹੋਈ ਸੀਗੀ, ਬੈਟਲ ਆਫ ਪਲਾਸੀ, ਜਿਹਦੇ ਵਿੱਚ ਨਵਾਬ ਸਿਰਾਜੁਦੌਲਾ ਔਰ ਲਾਰਡ ਕਲਾਈਵ ਦੇ ਦਰਮਿਆਨ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਉੱਪਰ ਜਿਹੜਾ ਕਬਜ਼ਾ ਕਰ ਲਿਆ। ਔਰ ਇੰਗਲੈਂਡ ਦੀਆਂ ਬਸਤੀਆਂ ਦੁਨੀਆ ਦੇ ਅਲੱਗ-ਅਲੱਗ ਮਮਾਲਿਕ ਦੇ ਅੰਦਰ ਮੌਜੂਦ ਸਨ। ਸੋ ਕਾਫੀ ਭਾਰਤੀ ਲੋਕਾਂ ਨੂੰ ਅੰਗਰੇਜ਼ਾਂ ਨੇ ਕੰਮਕਾਰ ਕਰਨ ਲਈ, ਲੇਬਰ ਕਰਨ ਲਈ ਵਿਦੇਸ਼ਾਂ ਦੇ ਵਿੱਚ ਲੈ ਕੇ ਗਏ, ਜਿਹੜੇ ਕਿ ਜਾਣ ਲਈ ਤਿਆਰ ਵੀ ਨਹੀਂ ਸਨ, ਜ਼ਬਰਦਸਤੀ ਉਹਨਾਂ ਨੂੰ ਲੈ ਕੇ ਜਾਇਆ ਗਿਆ। ਸੋ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਫੀਜੀ, ਕੇਨੀਆ, ਸ੍ਰੀਲੰਕਾ, ਜਿਹੜੇ ਭਾਰਤ ਦੇ ਤਾਮਿਲ ਲੋਕ ਆ ਜਿਹੜੇ ਸ਼੍ਰੀਲੰਕਾ ਦੇ ਉੱਤਰ ਦੇ ਵਿੱਚ, ਨਾਰਥ ਵਿੱਚ, ਜਾਫਨਾ ਪੈਨਿਨਸੂਲਾ ਦੇ ਵਿੱਚ ਰਹਿੰਦੇ ਆ, ਉਹ ਉਸ ਟਾਈਮ ਦੇ ਹੀ ਉੱਥੇ ਜਾ ਕੇ ਵਸੇ ਹੋਏ ਆ। ਦੂਸਰਾ ਦੌਰ ਆਉਂਦਾ ਹੈ ਜਦੋਂ ਕਿ ਇਲੀਟ ਇੰਟੈਲੈਕਚੁਅਲ ਜਿਹੜੇ ਸਨ, ਪੜ੍ਹੇ ਲਿਖੇ ਲੋਕ ਸਨ ਜਾਂ ਰਾਜੇ ਰਜਵਾੜੇ ਜਿਨ੍ਹਾਂ ਕੋਲ ਪੈਸੇ ਹੁੰਦੇ ਸਨ, ਉਹ ਅੰਗਰੇਜ਼ਾਂ ਦੇ ਵੀਜ਼ੇ ਦੇ ਉੱਪਰ ਆਜ਼ਾਦੀ ਤੋਂ ਪਹਿਲਾਂ ਜਿਹੜੇ ਅਕਸਰ ਉਹ ਵਿਦੇਸ਼ਾਂ ਦੇ ਵਿੱਚ, ਯੂਰਪ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਆਉਂਦੇ ਰਹੇ। ਦੈਨ 1947 ਚ ਮੁਲਕ ਆਜ਼ਾਦ ਹੋਣ ਤੋਂ ਬਾਅਦ ਵਾਰੀ ਆਉਂਦੀ ਹੈ ਫਿਰ ਜਿਹੜੇ ਮਾਡਰਨ ਟ੍ਰੇਡਰ ਸਨ, ਜਿਹੜੇ ਵਪਾਰੀ ਵਪਾਰ ਕਰਨ ਜਾਂਦੇ ਸਨ। ਵਪਾਰੀਆਂ ਦੇ ਨਾਲ ਫਿਰ ਜਿਹੜੇ ਐਂਟਰਪ੍ਰੈਨਿਓਰ ਸਨ, ਮੇਕਰਸ, ਜਿਨ੍ਹਾਂ ਨੇ ਉਦਯੋਗ ਲਗਾਏ, ਫੈਕਟਰੀਆਂ ਲਾਈਆਂ, ਉਹ ਗਏ। ਦੈਨ ਚੌਥੀ ਜਨਰੇਸ਼ਨ ਜਿਹੜੀ ਗਈ, ਉਸ ਤੋਂ ਬਾਅਦ ਵਿੱਚ ਜਾਣਾ ਸ਼ੁਰੂ ਹੋਈ
ਸਕਿਲਡ ਲੇਬਰ, ਦੈਨ ਸਟੂਡੈਂਟ ਡਾਇਸਪੋਰਾ, ਪਿਛਲੇ 20 ਸਾਲਾਂ ਦੇ ਦੌਰਾਨ ਕਾਫੀ ਜ਼ਿਆਦਾ ਪੜ੍ਹੇ ਲਿਖੇ ਮੁੰਡੇ ਕੁੜੀਆਂ 12ਵੀਂ ਪਾਸ ਵਿਦੇਸ਼ਾਂ ਦੇ ਵਿੱਚ, ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਾਫੀ ਮੁਲਕਾਂ ਦੇ ਵਿੱਚ ਜਿਹੜੇ ਉਹ ਗਏ ਆ। ਦੈਨ ਅਗਰ ਮੌਜੂਦਾ ਦੌਰ ਦੇ ਵਿੱਚ ਗੱਲ ਕਰੀਏ ਤਾਂ 6ਵੀਂ ਜਨਰੇਸ਼ਨ ਜਿਹੜੀ ਹੈ ਉਹ ਐਂਟਰਪ੍ਰੈਨਿਓਰ ਡਾਇਸਪੋਰਾ, ਜਿਹੜੇ ਕਿ ਕਾਰਪੋਰੇਟ ਜਗਤ ਦੇ ਲੋਕ ਹੈ, ਉਹ ਆਪਣਾ ਉਦਯੋਗ ਧੰਦੇ ਜਿਹੜੇ ਆ ਉਹ ਖਾਸ ਕਰ ਅਫਰੀਕਾ ਦੇ ਵਿੱਚ ਜਿਹੜੇ ਉਹ ਲਗਾ ਰਹੇ ਆ। ਸੋ ਭਾਰਤ ਦੇ ਜਿਹੜੇ ਜ਼ਿਆਦਾਤਰ ਲੋਕ ਹੈ, ਖਾਸ ਕਰਕੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਕਾਫੀ ਪੰਜਾਬੀ, ਖਾਸ ਕਰਕੇ ਜਿਹੜੀ ਸਿੱਖ ਕੌਮ ਸੀ ਜਿਹੜੀ ਕਿ ਅੰਗਰੇਜ਼ਾਂ ਦੀ ਫੌਜ ਵਿੱਚ ਬੜੀ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਅੰਗਰੇਜ਼ਾਂ ਨੇ ਭਰਤੀ ਕੀਤਾ ਸੀ, ਉਹ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਗਏ ਸੀ। ਜਦੋਂ ਗਦਰ ਪਾਰਟੀ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਪਹਿਲੇ ਵਿਸ਼ਵ ਯੁੱਧ 1914 ਤੋਂ ਪਹਿਲੇ ਸੈਨ ਫਰਾਂਸਿਸਕੋ ਦੇ ਵਿੱਚ ਅਮਰੀਕਾ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ ਔਰ ਕਰਤਾਰ ਸਿੰਘ ਸਰਾਭਾ, ਇਹ ਸਾਰੇ ਲੋਕਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਵਿੱਚ ਗਦਰ ਪਾਰਟੀ ਦੀ ਜਿਹੜੀ ਸ਼ੁਰੂਆਤ ਕੀਤੀ ਸੀ, ਗਦਰ ਲਹਿਰ ਚਲਾਈ ਸੀ। ਉਹਨਾਂ ਦਾ ਕੋਸ਼ਿਸ਼ ਸੀ ਕਿ ਪਹਿਲੀ ਵਿਸ਼ਵ ਯੁੱਧ ਦੇ ਦੌਰਾਨ ਭਾਰਤ ਦੇ ਵਿੱਚ ਵਿਦਰੋਹ ਭੜਕਾਇਆ ਜਾਵੇ ਅੰਗਰੇਜ਼ਾਂ ਖਿਲਾਫ ਔਰ ਮੁਲਕ ਨੂੰ ਆਜ਼ਾਦ ਕਰਵਾਇਆ ਜਾਵੇ। ਹਾਲਾਂਕਿ ਉਹ ਮੂਵਮੈਂਟ ਜਿਹੜੀ ਸੀ ਉਹ ਫੇਲ ਹੋ ਗਈ। ਸੋ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਔਰ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਕਾਫੀ ਸਾਰੇ ਜਿਹੜੇ ਪੰਜਾਬੀ ਸਨ ਉਹ ਵਿਦੇਸ਼ਾਂ ਦੇ ਵਿੱਚ ਗਏ ਲੜਾਈ ਕਰਨ ਵਾਸਤੇ ਅੰਗਰੇਜ਼ਾਂ ਦੀ ਫੌਜ ਵਿੱਚ। ਕਾਫੀ ਸਾਰੇ ਵਾਪਿਸ ਆ ਗਏ, ਪਰ ਕਾਫੀ ਸਾਰੇ ਇਹੋ ਜਿਹੇ ਲੋਕ ਵੀ ਸਨ ਜਿਹੜੇ ਕਿ ਹਮੇਸ਼ਾ ਵਾਸਤੇ ਉੱਥੇ ਜਾ ਕੇ ਵਸ ਗਏ। ਸੋ ਇਹ ਸਾਰਾ ਦੌਰ ਸੀ ਜਿਹੜੇ ਕਿ ਭਾਰਤੀਆਂ ਦੇ ਬਾਹਰ ਜਾਣ ਦਾ ਸੀਗਾ। ਉਸ ਤੋਂ ਬਾਅਦ 'ਚ ਗੱਲ ਕਰਦੇ ਹਾਂ ਕਿ ਇਹ ਖਬਰਾਂ ਦੇ ਵਿੱਚ ਕਿਉਂ ਹੈ। ਸਭ ਤੋਂ ਪਹਿਲੀ ਗੱਲ ਤੇ ਇਸੇ ਸਾਲ 2020 ਦੇ ਵਿੱਚ ਅਸੀਂ 15ਵਾਂ ਪ੍ਰਵਾਸੀ ਭਾਰਤੀ ਦਿਵਸ ਜਿਹੜਾ ਉਹ ਮਨਾਇਆ ਹੈ, ਜਿਹੜਾ ਕਿ 21 ਜਨਵਰੀ ਤੋਂ 23 ਜਨਵਰੀ ਤੱਕ ਚੱਲਿਆ ਸੀ। ਭਾਰਤ ਹਰ ਸਾਲ ਪ੍ਰਵਾਸੀ ਭਾਰਤੀ ਦਿਵਸ 9 ਜਨਵਰੀ ਨੂੰ ਜਿਹੜਾ ਮਨਾਉਂਦਾ ਹੈ। 9 ਜਨਵਰੀ ਦਾ ਦਿਨ ਖਾਸ ਇਸ ਲਈ ਹੈ ਕਿ ਉਸ ਦਿਨ ਸਾਡੇ ਰਾਸ਼ਟਰਪਿਤਾ ਫਾਦਰ ਆਫ ਨੇਸ਼ਨ ਮੋਹਨਦਾਸ ਕਰਮਚੰਦ ਗਾਂਧੀ ਜੀ ਅਫਰੀਕਾ ਤੋਂ ਪਰਤੇ ਸੀ ਔਰ ਅਫਰੀਕਾ ਦੇ ਵਿੱਚ ਉਹਨਾਂ ਨੇ ਬੜੀ ਕਾਮਯਾਬੀ ਨਾਲ ਜਿਹੜੀ ਨਾ ਮਿਲਵਰਤਨ ਅੰਦੋਲਨ ਚਲਾਇਆ ਸੀ ਔਰ ਭਾਰਤ ਦੇ ਵਿੱਚ ਆ ਕੇ ਵੀ ਉਹਨਾਂ ਨੇ 1919 ਤੋਂ ਬਾਅਦ ਵਿੱਚ ਜਿਹੜਾ ਹੈ ਉਹ ਨਾ ਮਿਲਵਰਤਨ ਅੰਦੋਲਨ ਜਾਂ ਨਾਨ ਕੋਆਪਰੇਸ਼ਨ ਮੂਵਮੈਂਟ ਅੰਗਰੇਜ਼ਾਂ ਦੇ ਖਿਲਾਫ ਚਲਾਈ। ਦੈਨ ਸਿਵਲ ਡਿਸਓਬੀਡੀਐਂਟ ਮੂਵਮੈਂਟ, ਸਿਵਲ ਨਾਫਰਮਾਨੀ ਔਰ 1942 ਦੇ ਵਿੱਚ ਭਾਰਤ ਛੱਡੋ ਅੰਦੋਲਨ ਔਰ ਅਲਟੀਮੇਟਲੀ ਅਹਿੰਸਾਤਮਕ ਤਰੀਕੇ ਨਾਲ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਪਣਾ ਯੋਗਦਾਨ ਪਾਇਆ। ਸੋ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਅਫਰੀਕਾ ਤੋਂ ਪਰਤਣ ਦੀ ਯਾਦ ਵਿੱਚ ਇਹ ਜਿਹੜਾ ਦਿਨ ਹੈ ਉਹ ਮਨਾਇਆ ਜਾਂਦਾ ਹੈ। ਪਿਛਲੇ ਸਾਲ ਆਪਾਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਦੀ ਵਰ੍ਹੇਗੰਢ ਮਨਾਈ ਹੈ। ਸੋ ਗੱਲ ਕਰਦੇ ਹਾਂ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਕਿਹੜੇ-ਕਿਹੜੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਰਹਿੰਦੇ ਆ। ਤੁਸੀਂ ਦੇਖੋ, ਸਭ ਤੋਂ ਪਹਿਲਾਂ ਸਾਊਦੀ ਅਰੇਬੀਆ ਹੈ। ਸਾਊਦੀ ਅਰੇਬੀਆ ਦੇ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ। ਦੈਨ ਦੂਸਰੇ ਨੰਬਰ ਤੇ ਅਮਰੀਕਾ ਹੈ, ਸੰਯੁਕਤ ਰਾਜ ਅਮਰੀਕਾ। ਤੀਸਰੇ ਨੰਬਰ ਤੇ ਯੂਨਾਈਟਿਡ ਅਰਬ ਐਮੀਰੇਟ। ਦੈਨ ਚੌਥੇ ਨੰਬਰ ਤੇ ਮਲੇਸ਼ੀਆ, ਪੰਜਵੇਂ ਤੇ ਮੈਨਾਮਾ, ਛੇਵੇਂ ਤੇ ਸ੍ਰੀਲੰਕਾ, ਸੱਤਵੇਂ ਤੇ ਸਾਊਥ ਅਫਰੀਕਾ, ਅੱਠਵੇਂ ਤੇ ਯੂਨਾਈਟਿਡ ਕਿੰਗਡਮ ਔਰ 9ਵੇਂ ਨੰਬਰ ਤੇ ਕੈਨੇਡਾ ਦਾ ਨੰਬਰ ਆਉਂਦਾ ਹੈ, ਜਿਸ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ। ਟੇਬਲ ਦੇ ਵਿੱਚ ਸਾਰੀ ਡਿਟੇਲ ਜਿਹੜੀ ਦਿੱਤੀ ਆ, ਤੁਸੀਂ ਇਹਨੂੰ ਦੇਖ ਸਕਦੇ ਹੋ। ਸੋ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਔਰ NRI 'ਚ ਕੀ ਅੰਦਰ ਹੈ, ਇਸ ਨੂੰ ਵੀ ਸਮਝ ਲਓ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਉਹ ਲੋਕ ਹੁੰਦੇ ਆ ਜਿਹੜੇ ਕਿ ਇੰਡੀਅਨ ਸਿਟੀਜ਼ਨ ਨਹੀਂ ਹੈ। ਸੋ ਇਹਨਾਂ ਲੋਕਾਂ ਨੂੰ ਭਾਰਤ ਦੇ ਵਿੱਚ ਵੋਟਿੰਗ ਰਾਈਟ ਨਹੀਂ ਦਿੱਤਾ ਜਾਂਦਾ। ਨਾ ਉਹ ਕੋਈ ਚੋਣਾਂ ਲੜ ਸਕਦੇ ਆ, ਨਾ ਉਹ ਕੋਈ ਸੰਵਿਧਾਨਿਕ ਪਦਵੀ ਹਾਸਲ ਕਰ ਸਕਦੇ ਆ। ਜਿਹੜੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਆ, ਹਾਂ, ਉਹਨਾਂ ਨੂੰ ਕੁਝ ਅਧਿਕਾਰ ਜਿਹੜੇ ਦਿੱਤੇ ਜਾਂਦੇ ਆ, ਖਾਸ ਕਰਕੇ ਮਲਟੀਪਲ ਐਂਟਰੀ ਸਿਸਟਮ, ਕਿ ਜਿੰਨੀ ਮਰਜ਼ੀ ਬਰੀ ਚੌਣ ਉਹ ਭਾਰਤ ਦੇ ਵਿੱਚ ਆ ਸਕਦੇ ਆ। ਉਹਨਾਂ ਨੂੰ ਜ਼ਿੰਦਾ ਉਮਰ ਵੀਜ਼ਾ ਜਿਹੜਾ ਆ ਉਹ ਦਿੱਤਾ ਜਾਂਦਾ ਆ। ਸੋ ਉਹਨਾਂ ਨੂੰ ਕਿਸੇ ਵੀ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਕਰਨ ਤੋਂ ਵੀ ਜਿਹੜੀ ਛੋਟ ਦਿੱਤੀ ਜਾਂਦੀ ਆ ਕਾਨੂੰਨ ਦੇ ਹਿਸਾਬ ਨਾਲ। ਔਰ ਕੁਝ ਅਧਿਕਾਰ ਉਹਨਾਂ ਨੂੰ ਜਿਹੜੇ ਆ ਉਹ NRIs ਦੇ ਹਿਸਾਬ ਨਾਲ ਦਿੱਤੇ ਜਾਂਦੇ। ਸਿਰਫ ਖੇਤੀ ਯੋਗ ਜ਼ਮੀਨ ਜਾਂ ਕੋਈ ਪਲਾਂਟੇਸ਼ਨ ਪ੍ਰਾਪਰਟੀ ਖਰੀਦਣ ਦਾ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਜਾਂਦਾ। ਬਟ ਜਿਹੜੇ NRIs ਹੈ, ਨਾਨ ਰੈਜ਼ੀਡੈਂਟ ਆਫ ਇੰਡੀਆ, ਇਹ ਉਹ ਲੋਕ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਕੋਲ ਭਾਰਤ ਦਾ ਪਾਸਪੋਰਟ ਹੈ ਔਰ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ। ਸੋ ਕੋਈ ਵੀ ਬੰਦਾ ਜਿਹੜਾ 182 ਦਿਨਾਂ ਤੋਂ ਜ਼ਿਆਦਾ ਦੇਰ ਲਈ ਜਿਹੜਾ ਬਾਹਰਲੇ ਮੁਲਕ 'ਚ ਰਹਿ ਰਿਹਾ, ਉਹਨੂੰ ਅਸੀਂ NRI ਜਾਂ ਨਾਨ ਰੈਜ਼ੀਡੈਂਟ ਇੰਡੀਅਨ ਦੀ ਜਿਹੜੀ ਆ ਉਹ ਪਦਵੀ ਦਿੰਦੇ ਆ, ਉਪਾਧੀ ਦਿੰਦੇ ਆ।
ਸੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਅੰਗਰੇਜ਼ ਭਾਰਤੀ ਲੋਕਾਂ ਨੂੰ ਵਿਦੇਸ਼ਾਂ ਦੇ ਵਿੱਚ ਲੈ ਕੇ ਗਏ ਲੇਬਰ ਕਰਾਉਣ ਲਈ, ਮਜ਼ਦੂਰੀ ਕਰਾਉਣ ਲਈ, ਜਿਨ੍ਹਾਂ ਨੂੰ ਇੰਡੈਂਟਡ ਲੇਬਰ ਕਹਿੰਦੇ ਸਨ, ਖਾਸ ਕਰਕੇ ਫਿਜੀ, ਕੇਨੀਆ, ਮਲੇਸ਼ੀਆ, ਇਹਨਾਂ ਨੂੰ ਗਿਰਮਿਟੀਆਸ ਵੀ ਕਹਿੰਦੇ ਸਨ। ਸੋ ਇਹ ਇੱਕ ਵਰਡ ਤੁਸੀਂ ਬੜਾ ਜ਼ਰੂਰੀ ਯਾਦ ਰੱਖਣਾ ਹੈ ਕਿ ਗਿਰਮਿਟੀਆਸ ਕਿਹੜੇ ਹੁੰਦੇ ਸਨ। ਸੋ ਗਿਰਮਿਟੀਆਸ ਦੇਵਰ ਦ ਪੀਪਲ ਹੂ went abroad during the British time to do the labor work. ਗਿਰਮਿਟੀਆਸ। ਅੱਜ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ 20 ਮਿਲੀਅਨ ਤੋਂ ਜ਼ਿਆਦਾ ਜਿਹੜੇ NRIs ਹੈ ਉਹ ਬਾਹਰ ਰਹਿੰਦੇ ਆ, ਔਰ ਉਹ ਆਪਣੀ ਅਮੀਰ ਵਿਰਾਸਤ, ਆਪਣਾ ਕਲਚਰ, ਆਪਣੀ ਐਥਨਿਕ ਪਛਾਣ, ਆਪਣਾ ਸੱਭਿਆਚਾਰ ਜਿਹੜਾ ਆ ਇਸ ਮੁਲਕ ਦਾ, ਇਸ ਜ਼ਮੀਨ ਦਾ, ਉਹ ਵੀ ਵਿਦੇਸ਼ਾਂ ਦੇ ਵਿੱਚ ਨਾਲ ਲੈ ਕੇ ਜਾਂਦੇ ਆ। ਸੋ ਵਾਈ ਦੇ ਆਰ ਐਸੈਟਸ? NRIs ਜਾਂ ਇੰਡੀਅਨ ਡਾਇਸਪੋਰਾ ਸਾਡੇ ਲਈ ਐਸੈਟ ਕਿਉਂ ਹੈ? ਇਸ ਦੇ ਬੜੇ ਕਾਰਨ ਹਨ। ਸਭ ਤੋਂ ਪਹਿਲਾਂ ਤੁਸੀਂ ਦੇਖੋ ਤਾਂ ਭਾਰਤ ਜਿਹੜਾ ਸਟਰੋਂਗ ਇੰਡੀਅਨ ਡਾਇਸਪੋਰਾ ਆ, ਉਹ ਭਾਰਤ ਦੀ ਆਰਥਿਕ ਤਰੱਕੀ ਦੇ ਵਿੱਚ ਹਿੱਸਾ ਪਾਉਂਦਾ ਇਨ ਦ ਸ਼ੇਪ ਆਫ ਰਿਮਿਟੈਂਸ। ਉਹ ਆਪਾਂ ਅੱਗੇ ਦੇਖਾਂਗੇ ਕਿਸ ਤਰ੍ਹਾਂ। ਬੜੀ ਪਾਵਰਫੁਲ ਲੌਬੀ ਹੈ ਜਿਨ੍ਹਾਂ ਨੇ ਕਿ ਜਿਸ ਤਰ੍ਹਾਂ ਜਦੋਂ ਨਿਊਕਲੀਅਰ ਡੀਲ ਹੋਈ ਸੀ, ਸਿਵਲ ਨਿਊਕਲੀਅਰ ਡੀਲ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 'ਚ UPA 1 ਦੇ ਵਿੱਚ ਸਾਲ 2006 ਦੇ ਵਿੱਚ, ਤਾਂ ਉਸ ਸਮੇਂ ਦੌਰਾਨ ਕਾਫੀ ਸਾਰੇ ਜਿਹੜੇ NRIs ਪੰਜਾਬੀ ਭਾਰਤੀ ਲੋਕ ਜਿਹੜੇ ਅਮਰੀਕਾ 'ਚ ਰਹਿੰਦੇ ਆ, ਉਹਨਾਂ ਨੇ ਬਰਾਕ ਓਬਾਮਾ ਨੂੰ ਉਸ ਨਿਊਕਲੀਅਰ ਡੀਲ ਵਾਸਤੇ ਮਨਾਉਣ ਲਈ ਜਿਹੜਾ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ ਸੀਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਵਿਦੇਸ਼ੀ ਮੁਲਕਾਂ ਦੇ ਨਾਲ ਜਿਹੜੇ ਸਾਡੇ ਆਪਸੀ ਰਿਸ਼ਤੇ ਹਨ, ਬਾਇਲੈਟਰਲ ਰਿਲੇਸ਼ਨਸ ਹਨ, ਉਹਨਾਂ ਨੂੰ ਬਣਾਈ ਰੱਖਣ ਲਈ, ਉਹਨਾਂ ਨੂੰ ਬਿਹਤਰੀਨ ਬਣਾਉਣ ਲਈ ਵੀ ਜਿਹੜਾ ਇੰਡੀਅਨ ਡਾਇਸਪੋਰਾ ਉਹ ਯਤਨਸ਼ੀਲ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੀ ਕਲਚਰਲ ਔਰ ਸੋਸ਼ਲ ਸਿਮੂਲੇਸ਼ਨ ਹੈ ਆਪਸ ਦੇ ਵਿੱਚ, ਇਹ ਇਕਜੁੱਟਤਾ ਆ ਕਲਚਰਸ ਦੀ, ਉਹ ਵੀ ਇੱਕ ਬੜੀ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਜਿਹੜੇ 30 ਮਿਲੀਅਨ, ਜਿਸ ਤਰ੍ਹਾਂ ਆਪਾਂ ਗੱਲ ਕੀਤੀ, ਇੰਡੀਅਨ ਡਾਇਸਪੋਰਾ ਹੈ, ਰਿਮਿਟੈਂਸ ਤੇ ਭੇਜਦੇ ਆ। $69 ਬਿਲੀਅਨ ਜਿਹੜੇ ਆ ਅਸੀਂ ਰਿਸੀਵ ਕਰਦੇ ਹਾਂ ਹਰ ਸਾਲ। ਸੋ ਇਹਨਾਂ ਨੂੰ ਅਸੀਂ ਏਜੰਟ ਆਫ ਚੇਂਜ ਵੀ ਕਹਿੰਦੇ ਹਾਂ। ਸੋ ਬੜਾ ਤੁਹਾਨੂੰ ਅਜੀਬ ਲੱਗੇਗਾ ਕਿ ਏਜੰਟ ਆਫ ਚੇਂਜ ਦਾ ਅਰਥ ਕੀ ਆ, ਕਿ ਇਹ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਬਾਇਲੈਟਰਲ ਰਿਲੇਸ਼ਨਸ ਹੈ ਜਿਹੜੇ ਮੁਲਕਾਂ ਦੇ ਦਰਮਿਆਨ, ਉਹਨਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਸਹਾਇਤਾ ਕਰਦੇ ਆ। ਇਸ ਦੇਸ਼ ਦੇ ਵਿੱਚ FDI ਲੈ ਕੇ ਆਉਣ ਲਈ, ਇਨਵੈਸਟਮੈਂਟ ਜਿਹੜੀ ਆ ਉਹ ਲੈ ਕੇ ਆਉਂਦੇ ਆ। ਟ੍ਰੇਡ ਐਂਡ ਟੂਰਿਜ਼ਮ ਦੇ ਵਿੱਚ ਜਿਹੜਾ ਉਹ ਵਾਧਾ ਹੁੰਦਾ ਆ। ਬਾਹਰਲੇ ਮੁਲਕਾਂ ਦੇ ਜਿਹੜੇ ਟੂਰਿਸਟ ਹੈ ਉਹ ਸਾਡੇ ਮੁਲਕ ਦੇ ਵਿੱਚ ਘੁੰਮਣ ਲਈ ਆਉਂਦੇ ਆ। ਇੰਡਸਟਰੀਅਲ ਡਿਵੈਲਪਮੈਂਟ ਦੇ ਵਿੱਚ ਡਾਇਸਪੋਰਾ ਬਹੁਤ ਵੱਡਾ ਯੋਗਦਾਨ ਪੈਂਦਾ ਕਿ ਦੇਸ਼ ਦੀ ਜਿਹੜੀ ਉਦਯੋਗਿਕ ਤਰੱਕੀ ਆ ਉਹ ਹੋਵੇ। ਔਰ ਇਸ ਤੋਂ ਇਲਾਵਾ ਜਿਹੜੇ ਦਿਖਾਈ ਦੇਣ ਵਾਲੇ ਜਾਂ ਨਾ ਦਿਖਾਈ ਦੇਣ ਵਾਲੇ ਕਾਫੀ ਸਾਰੇ ਫਾਇਦੇ, ਜਿਹੜੇ ਟੈਂਜੀਬਲਸ ਐਂਡ ਇਨਟੈਂਜੀਬਲਸ ਬੈਨੀਫਿਟਸ ਜਿਹੜੇ ਸਾਡੇ ਮੁਲਕ ਨੂੰ ਹੁੰਦੇ ਆ, ਜਿਨ੍ਹਾਂ ਸਾਡੇ ਦੇਸ਼ ਦੀ ਜਿਹੜੀ ਆਰਥਿਕ ਤਰੱਕੀ ਆ, ਤਕਨੀਕੀ ਤਰੱਕੀ ਆ, ਉਹਦੇ ਵਿੱਚ ਇਹ ਇੰਡੀਅਨ ਡਾਇਸਪੋਰਾ ਬਹੁਤ ਹੀ ਮਹੱਤਵਪੂਰਨ ਰੋਲ ਜਿਹੜਾ ਉਹ ਅਦਾ ਕਰਦਾ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ diaspora diplomacy and they act as bridge builder between their homes and adopted countries। ਜਿਹੜੇ ਮੁਲਕਾਂ ਦੇ ਵਿੱਚ ਉਹ ਰਹਿੰਦੇ ਆ ਔਰ ਭਾਰਤ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਆ, ਆਪਸ ਦੇ ਵਿੱਚ ਪੁਲ ਬਣਾਉਣ ਦਾ ਮਤਲਬ ਕਿ ਇੱਕ ਦੂਸਰੇ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਮਿੱਤਰਤਾ ਬਣਾਉਣ ਲਈ NRIs ਦਾ ਰੋਲ ਬਹੁਤ ਹੀ ਸਿਗਨੀਫਿਕੈਂਟ ਹੈ, ਬਹੁਤ ਹੀ ਮਹੱਤਵਪੂਰਨ ਹੈ, ਜਿਸ ਨੂੰ ਅਸੀਂ ਕਦੀ ਵੀ ਦਰਕਿਨਾਰ ਨਹੀਂ ਕਰ ਸਕਦੇ। ਰਿਮਿਟੈਂਸ ਦੇ ਰੂਪ ਦੇ ਵਿੱਚ ਕਿੰਨੇ ਪੈਸੇ ਮਿਲੇ? ਤੁਸੀਂ ਕੋਲ ਸਾਲ 2019 ਦੇ ਵਿੱਚ ਵਰਲਡ ਬੈਂਕ ਦੀ ਰਿਪੋਰਟ ਹੈ ਕਿ ਸਭ ਤੋਂ ਜ਼ਿਆਦਾ ਕਮਾਈ NRIs ਤੋਂ ਰਿਮਿਟੈਂਸ ਦੇ ਰੂਪ ਦੇ ਵਿੱਚ ਭਾਰਤ ਨੂੰ ਹੋਈ ਸਾਲ 2019 ਦੇ ਵਿੱਚ 82.2 ਅਰਬ ਅਮਰੀਕਨ ਡਾਲਰ। ਸੋ ਬੜੀ ਵੱਡੀ ਰਕਮ ਹੈ। ਦੂਸਰੇ ਨੰਬਰ ਤੇ ਚੀਨ ਸੀ 70.3, ਦੈਨ ਮੈਕਸੀਕੋ, ਫਿਲੀਪੀਨ, ਈਜਿਪਟ, ਨਾਈਜੀਰੀਆ, ਪਾਕਿਸਤਾਨ, ਬੰਗਲਾਦੇਸ਼, ਵੀਅਤਨਾਮ ਔਰ ਯੂਕਰੇਨ। ਇਹਨਾਂ ਕੁਝ ਮੁਲਕਾਂ ਦੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਲਿਸਟ ਜਿਹੜੀ ਆ ਉਹ ਪਈ ਆ। ਸੋ ਸਭ ਤੋਂ ਜ਼ਿਆਦਾ ਰਿਮਿਟੈਂਸ ਦੇ ਰੂਪ 'ਚ ਜਿਹੜਾ ਪੈਸਾ ਹੈ ਉਹ ਭਾਰਤ ਨੂੰ ਰਿਸੀਵ ਹੋਇਆ, ਜਿਸ ਨਾਲ ਇੱਥੇ ਰਹਿੰਦੇ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਨੂੰ ਆਰਥਿਕ ਫਾਇਦਾ ਹੁੰਦਾ, ਉਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਬਿਹਤਰ ਹੁੰਦੀਆਂ, ਉਹਨਾਂ ਦਾ ਜੀਵਨ ਦਾ ਪੱਧਰ ਹੈ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ ਉਹ ਬਿਹਤਰ ਹੁੰਦਾ ਹੈ, ਔਰ ਦੇਸ਼ ਦੀ ਜਿਹੜੀ ਆਰਥਿਕ ਤਰੱਕੀ ਆ ਉਹਦੇ ਵਿੱਚ ਵੀ ਉਹ ਹਿੱਸਾ ਪਾਉਂਦੇ ਆ। ਸੋ ਵੀ ਹੈਵ ਆਲਰੇਡੀ ਡਿਸਕਸ ਦੈਟ and the NRIs, they lobbied successfully during the Indo-US civil nuclear deal। ਸੋ ਇਹਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦਾ ਰੋਲ ਸੀਗਾ।
ਸੋ ਜਿਹੜੇ ਲੈਸ ਸਕਿਲਡ ਲੇਬਰ ਹੈ, ਖਾਸ ਕਰਕੇ ਜਿਹੜੇ ਮਿਡਲ ਈਸਟ ਕੰਟਰੀ ਹੈ ਜਿਸ ਤਰ੍ਹਾਂ ਸਾਊਦੀ ਅਰੇਬੀਆ, ਈਰਾਨ ਜਾਂ UAE, ਉਹਦੇ ਵਿੱਚ ਅਕਸਰ ਤੁਸੀਂ ਦੇਖੋ ਕਿ ਵਰਕ ਵੀਜ਼ੇ ਦੇ ਉੱਪਰ ਕਾਫੀ ਲੋਕ ਜਿਹੜੇ ਜਾਂਦੇ ਆ, ਆਪਣੀਆਂ ਜ਼ਮੀਨਾਂ ਵੀ ਵੇਚ ਦਿੰਦੇ ਆ, ਘਰ ਵੀ ਗਿਰਵੀ ਰੱਖ ਦਿੰਦੇ ਆ, ਜਿਹੜਾ ਕੋਈ ਗਹਿਣਾ ਹੁੰਦਾ ਉਹ ਵੀ ਵੇਚ ਦਿੰਦੇ ਆ। ਸੋ ਜਿਹੜੇ ਨਾਨ ਸਕਿਲਡ ਲੇਬਰ ਹੈ, ਕੋਈ ਪਲੰਬਿੰਗ ਦੀ ਜੌਬ ਵਾਸਤੇ ਜਾ ਰਿਹਾ ਹੈ, ਕੋਈ ਰਾਜ ਮਿਸਤਰੀ ਦਾ ਕੰਮ ਕਰਨ ਜਾ ਰਿਹਾ ਹੈ, ਕੋਈ ਡਰਾਈਵਰ ਦੇ ਤੌਰ ਤੇ ਜਾ ਰਿਹਾ, ਕੋਈ ਇਲੈਕਟ੍ਰੀਸ਼ੀਅਨ ਦੇ ਰੂਪ 'ਚ ਜਾ ਰਿਹਾ, ਇਹ ਕਾਫੀ ਜ਼ਿਆਦਾ ਜਿਹੜੇ ਲੋਕ ਜਦੋਂ ਵਿਦੇਸ਼ਾਂ ਜਾਂਦੇ ਆ ਤੇ ਉਹਦੇ ਨਾਲ ਜਿਹੜਾ ਬੇਰੁਜ਼ਗਾਰੀ ਦੀ ਦਰ ਹੈ ਉਹਦੇ ਵਿੱਚ ਕਮੀ ਜਿਹੜੀ ਆ ਆਉਂਦੀ ਆ। ਸੋ ਜਿਹੜੀ ਡਿਸਗਾਈਸਡ ਅਨਐਮਪਲੋਇਮੈਂਟ ਹੈ ਉਹਦੇ ਵਿੱਚ ਕਮੀ ਆਉਂਦੀ ਆ। ਔਰ ਜਦੋਂ ਸਾਡੇ ਭਾਰਤੀ ਲੋਕ ਵਿਦੇਸ਼ਾਂ ਜਾ ਕੇ ਮਿਹਨਤ ਕਰਦੇ ਆ ਤਾਂ ਸਾਡੇ ਮੁਲਕ ਦੀ ਜਿਹੜੀ ਇਮੇਜ ਹੈ ਉਹ ਵੀ ਇੰਪਰੂਵ ਹੁੰਦੀ ਆ। ਇੱਕ ਵਾਰੀ ਬਰਾਕ ਓਬਾਮਾ ਨੇ ਅਮਰੀਕਨ ਸਟੂਡੈਂਟਸ ਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਭਾਰਤ ਦੇ ਲੋਕਾਂ ਤੋਂ ਪਿੱਛੇ ਰਹਿ ਜਾਣਾ, ਕਿਉਂਕਿ ਭਾਰਤ ਦੇ ਲੋਕ ਜ਼ਿਆਦਾ ਮਿਹਨਤ ਕਰਦੇ ਆ, ਪੜ੍ਹਾਈ ਲਿਖਾਈ ਜ਼ਿਆਦਾ ਕਰਦੇ ਆ ਬਜਾਏ ਕਿ ਅਮਰੀਕਾ ਦੇ ਜਿਹੜੇ ਸਟੂਡੈਂਟਸ ਹੈ। ਸੋ ਸਾਡੇ ਦੇਸ਼ ਦੀ ਜਿਹੜੀ ਇਮੇਜ ਆ ਉਹ ਵੀ ਬਿਹਤਰ ਹੁੰਦੀ ਆ। ਇਸ ਤੋਂ ਇਲਾਵਾ ਜਿਹੜੇ ਡਾਇਸਪੋਰਾ ਹੈ ਉਹ FDIs, ਇਨਵੈਸਟਮੈਂਟ, ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹਨੂੰ ਕਹਿੰਦੇ ਆ, ਉਹ ਵੀ ਲੈ ਕੇ ਆਉਂਦਾ ਆ। ਇਹ ਬਹੁਤ ਹੀ ਮਹੱਤਵਪੂਰਨ ਹੈ। ਗੌਰਮੈਂਟ ਨੇ ਕਿਹੜੇ ਇਨੀਸ਼ੀਏਟਿਵ ਲਏ ਆ? ਭਾਰਤ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਵੀ ਜਿਹੜੇ NRI ਸਾਡੇ ਭੈਣ ਭਰਾ ਆ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨ ਲਈ, ਉਹਨਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਕਾਫੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਜਿਹੜੀ ਕਾਉਂਸਲਰ ਸਰਵਿਸ ਦਿੱਤੀ ਜਾਂਦੀ ਆ, ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ, ਇਸ ਕਰਕੇ ਉਹਨਾਂ ਦੀ ਕਾਉਂਸਲਿੰਗ ਵਾਸਤੇ ਖਾਸ ਜਿਹੜੇ ਸੈਂਟਰ ਹੈ ਉਹ ਸੈਂਟਰ ਗੌਰਮੈਂਟ ਨੇ, ਮਰਕਜ਼ ਦੀ ਸਰਕਾਰ ਨੇ ਔਰ ਰਾਜ ਸਰਕਾਰਾਂ ਨੇ ਜਿਹੜੇ ਉਹ ਖੋਲ੍ਹੇ ਆ। ਇਹਦੇ ਨਾਲ ਹੀ ਨੌਲੇਜ ਟ੍ਰਾਂਸਫਰ, ਟੈਕਨੋਲੋਜੀ ਟ੍ਰਾਂਸਫਰ, ਫਿਲੈਂਥਰੋਪੀ ਔਰ ਜਿਹੜੇ ਤਰੱਕੀ ਦੇ ਪ੍ਰੋਜੈਕਟ ਹੈ ਉਹਨਾਂ ਦੇ ਵਿੱਚ ਵੀ ਇਨਵੈਸਟਮੈਂਟ ਲਈ ਜਿਹੜਾ ਹੈ ਉਹ ਵਿਦੇਸ਼ੀ ਜਿਹੜੇ ਲੋਕ ਹਨ ਉਹ ਹਿੱਸਾ ਪਾਉਂਦੇ ਹਨ। ਸਾਡੀ ਵਿਦੇਸ਼ ਮੰਤਰਾਲਾ ਜਿਹੜਾ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਰ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੇਨਿਓਰਸ਼ਿਪ MSDE, ਇਹਨਾਂ ਦੇ ਦਰਮਿਆਨ ਇੱਕ MOU ਸਾਈਨ ਹੋਇਆ ਸੀ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਜਿਹਦੇ ਵਿੱਚ ਉਹਨਾਂ ਨੇ ਇੱਕ ਪ੍ਰਵਾਸੀ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਹੈ, PKVY, ਜਿਹਦਾ ਮਤਲਬ ਇਹ ਹੈ ਕਿ ਕੋਈ 100 ਸਕਾਲਰਸ਼ਿਪ ਹਰ ਸਾਲ ਉਹਨਾਂ ਪਰਸਨਸ ਆਫ ਇੰਡੀਅਨ ਓਰੀਜਨ ਨੂੰ, ਜਿਹੜੇ ਭਾਰਤੀ ਲੋਕ ਵਿਦੇਸ਼ਾਂ 'ਚ ਰਹਿੰਦੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ, ਸਟੂਡੈਂਟਸ ਨੂੰ ਜਿਹੜੇ ਕਿ ਅੰਡਰ ਗ੍ਰੈਜੂਏਟ ਕਲਾਸਾਂ ਦੇ ਵਿੱਚ ਪੜ੍ਹਦੇ ਆ। ਇਸ ਤੋਂ ਇਲਾਵਾ ਨੋ ਇੰਡੀਆ ਪ੍ਰੋਗਰਾਮ, ਕਿ ਜਿਹੜੇ NRIs ਹੈ ਜਾਂ ਪਰਸਨ ਆਫ ਇੰਡੀਅਨ ਓਰੀਜਨ ਹੈ ਉਹਨਾਂ ਨੂੰ ਭਾਰਤ ਆਉਣ ਵਾਸਤੇ ਜਿਹੜਾ ਆ ਉਹ ਖਾਸ ਜਿਹੜਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਤਾਂ ਕਿ ਉਹ ਆਪਣੇ ਮੁਲਕ ਦੀਆਂ ਜੜ੍ਹਾਂ ਤੋਂ ਜਾਣੂ ਹੋ ਸਕਣ, ਕੰਟੈਂਪਰੇਰੀ ਇੰਡੀਆ ਤੋਂ ਜਿਹੜਾ ਉਹ ਜਾਣੂ ਹੋ ਸਕਣ, ਫੈਮਿਲਰਾਈਜ਼ ਹੋ ਸਕਣ। ਫਿਰ ਮਿਨੀਮਮ ਰੈਫਰਲ ਵੇਜਸ, ਸੋ ਜਿਹੜੇ ਵੀ ਭਾਰਤੀ ਜਿਹੜੇ ਕੰਮ ਕਰਦੇ ਆ, ਇੰਡਸਟਰੀਅਲ ਵਰਕਰ, ਡੋਮੈਸਟਿਕ ਸਰਵੈਂਟ ਦੇ ਤੌਰ ਤੇ, ਕਲੀਨਰ ਹੈ ਜਾਂ ਲੇਬਰਰ ਹੈ, ਉਹਨਾਂ ਨੂੰ ਘੱਟੋ ਘੱਟ ਆਮਦਨ ਜਿਹੜੀ ਆ ਉਹ ਸੁਨਿਸ਼ਚਿਤ ਕੀਤੀ ਜਾਵੇ। ਮਾਈਗ੍ਰੈਂਟ ਸਿਸਟਮ, ਕਿ ਹਰ ਇੱਕ ਫੋਰਨ ਏਮਪਲੋਇਰ ਦਾ ਇੱਕ ਡਾਟਾਬੇਸ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ, ਤਾਂ ਕਿ ਜਿਹੜੇ ਐਮੀਗ੍ਰੈਂਟਸ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹਨਾਂ ਦੀ ਜਿਹੜੀ ਸ਼ੋਸ਼ਣ ਹੈ, ਐਕਸਪਲੋਇਟੇਸ਼ਨ ਹੈ, ਉਸ ਨੂੰ ਚੈੱਕ ਕੀਤਾ ਜਾ ਸਕੇ, ਰੋਕਿਆ ਜਾ ਸਕੇ। ਇਹਦੇ ਇਲਾਵਾ ਸਰਕਾਰ ਨੇ ਇੱਕ ਆਨਲਾਈਨ ਪੋਰਟਲ ਵੀ ਬਣਾਇਆ ਜਿਹਨੂੰ ਮਦਦ ਪੋਰਟਲ ਕਹਿੰਦੇ ਆ, ਤਾਂ ਕਿ ਜਿਹੜੀਆਂ ਸ਼ਿਕਾਇਤਾਂ ਆ ਵਿਦੇਸ਼ੀ ਰਹਿੰਦੇ ਭਾਰਤੀਆਂ ਦੀਆਂ ਉਹਨਾਂ ਦਾ ਨਿਵਾਰਨ ਕੀਤਾ ਜਾ ਸਕੇ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਜਿਹੜੇ ਸਾਡੇ ਵਿਦੇਸ਼ੀ ਭੈਣ ਭਰਾ ਜਿਹੜੇ NRIs ਆ ਉਹਨਾਂ ਦੇ ਘਰ-ਬਾਰ, ਜ਼ਮੀਨਾਂ ਦੇ ਉੱਪਰ ਅਕਸਰ ਹੀ ਨਜਾਇਜ਼ ਕਬਜ਼ਿਆਂ ਦੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ। ਸੋ ਇਹੋ ਜਿਹੀ ਸਮੱਸਿਆਵਾਂ ਉਹਨਾਂ ਨੂੰ ਨਾ ਹੋਣ, ਇਸ ਲਈ ਸਰਕਾਰਾਂ ਸਾਡੀਆਂ ਜਿਹੜੀਆਂ ਆ ਉਹ ਹਮੇਸ਼ਾ ਯਤਨਸ਼ੀਲ ਰਹਿੰਦੀਆਂ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਭਾਰਤੀ ਡਾਇਸਪੋਰਾ ਨੂੰ ਰਾਸ਼ਟਰ ਦੂਤ ਕਹਿੰਦੇ ਆ, ਕਿ ਉਹ ਇਸ ਰਾਸ਼ਟਰ ਦੇ ਜਿਹੜੇ ਦੂਤ ਆ ਜਿਹੜੇ ਕਿ ਵਿਦੇਸ਼ਾਂ ਵਿੱਚ ਜਾ ਕੇ ਸਾਡੇ ਮੁਲਕ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਂਦੇ ਆ। ਔਰ ਅਕਸਰ ਤੁਸੀਂ ਉਹਨਾਂ ਨੂੰ ਦੇਖਿਆ ਹੋਏਗਾ ਕਿ ਉਹ ਜਦੋਂ ਵੀ ਵਿਦੇਸ਼ ਜਾਂਦੇ ਆ, ਕਿਸੇ ਵੀ ਮੁਲਕ, ਚਾਹੇ ਉਹ ਅਮਰੀਕਾ ਦੇ ਵਿੱਚ ਹੌਡੀ ਮੋਡੀ ਪ੍ਰੋਗਰਾਮ ਹੋਵੇ ਜਾਂ ਫਿਰ ਇੰਗਲੈਂਡ ਦੇ ਵਿੱਚ ਚਲੇ ਜਾਣ ਜਾਂ ਜਾਪਾਨ ਜਾਣ ਜਾਂ ਉਹ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਜਾਂਦੇ ਆ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਉੱਥੋਂ ਦਾ ਜਿਹੜਾ ਇੰਡੀਅਨ ਡਾਇਸਪੋਰਾ ਜਿਹੜਾ ਵਿਦੇਸ਼ਾਂ ਵਿੱਚ ਭਾਰਤੀ ਰਹਿੰਦੇ ਆ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ, ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਸੋ ਮੈਡੀਸਨ ਸਕੁਏਅਰ, ਨਿਊਯਾਰਕ, ਕਿਗਾਲੀ, ਰਵਾਂਡਾ, ਸੋ ਹਰ ਇੱਕ ਮੁਲਕ ਦੇ ਵਿੱਚ ਜਦੋਂ ਜਾਂਦੇ ਆ ਤਾਂ ਉਹ ਭਾਰਤੀਆਂ ਨੂੰ ਮਿਲਣਾ ਨਹੀਂ ਭੁੱਲਦੇ। ਹੁਣ ਕੁਝ ਸਮੱਸਿਆਵਾਂ ਵੀ ਆ ਵਿਦੇਸ਼ੀਆਂ ਨੂੰ ਲੈ ਕੇ, ਉਹ ਕਿਹੜੀਆਂ-ਕਿਹੜੀਆਂ? ਸਭ ਤੋਂ ਪਹਿਲਾਂ ਤੁਸੀਂ ਦੇਖੋ ਤੇ
ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਟਵਿੱਟਰ ਔਰ ਫੇਸਬੁੱਕ ਤੇ ਬੜੇ ਜਿਹੜੇ NRI ਆ ਉਹ ਇਹੋ ਜਿਹੀਆਂ ਕੁਝ ਗੱਲਾਂ ਲਿਖ ਦਿੰਦੇ ਆ ਜਿਹੜੀਆਂ ਕਿ ਭਾਰਤ ਦੀ ਸਾਡੀ ਜਿਹੜੀ ਕਮਿਊਨਲ ਹਾਰਮੋਨੀ ਆ ਉਹਦੇ ਲਈ ਉਹ ਕਾਫੀ ਜ਼ਿਆਦਾ ਨੁਕਸਾਨਦੇਹ ਹੁੰਦੀਆਂ। ਜਿਸ ਤਰ੍ਹਾਂ ਪਿੱਛੇ ਜੇ UAE ਦੀ ਜਿਹੜੇ ਇੱਕ ਕਰਮਚਾਰੀ ਨੇ ਆਪਣੀ ਟਵਿੱਟਰ ਦੇ ਉੱਪਰ ਇੱਕ ਬਹੁਤ ਹੀ ਜਿਹੜੇ ਇਤਰਾਜ਼ਯੋਗ ਗੱਲਾਂ ਲਿਖ ਦਿੱਤੀਆਂ ਸੀ, ਤਾਂ UAE ਦੀ ਜਿਹੜੀ ਰਾਜਕੁਮਾਰੀ ਸੀ ਉਸਨੇ ਵਾਰਨਿੰਗ ਦਿੱਤੀ ਕਿ ਅਗਰ ਜਿਨ੍ਹਾਂ ਲੋਕਾਂ ਨੇ ਨਫ਼ਰਤ ਭਰੇ ਇਹੋ ਜਿਹੇ ਜਿਹੜੇ ਬਿਆਨ ਜਿਹੜੇ ਉਹ ਟਵਿੱਟਰ ਜਾਂ ਫੇਸਬੁੱਕ ਤੇ ਦੇਣੇ ਆ, ਉਹ ਇਹ ਦੇਸ਼ ਛੱਡ ਕੇ ਚਲੇ ਜਾਣ, ਕਿਉਂਕਿ ਉਹਨਾਂ ਦਾ ਮੁਲਕ ਕਿਸੇ ਵੀ ਧਰਮ ਨੂੰ ਤਰਜੀਹ ਨਹੀਂ ਦਿੰਦਾ। ਸੋ ਅਗਰ ਕੋਈ ਵੀ ਤੁਸੀਂ ਕਿਸੇ ਵੀ ਧਰਮ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਦੇ ਹੋ ਤਾਂ ਉਹ ਕੋਈ ਵੀ ਮੁਲਕ ਜਿਹੜਾ ਉਹ ਬਰਦਾਸ਼ਤ ਨਹੀਂ ਕਰਦਾ। ਸੋ ਇਸ ਦੇ ਇਲਾਵਾ ਜਿਹੜੀਆਂ ਹੇਟ ਸਪੀਚਿਸ ਆ, ਨਫ਼ਰਤ ਭਰੀਆਂ ਸਪੀਚਿਸ ਆ ਜਾਂ ਕ੍ਰਾਈਮ ਹੈ, ਖਾਸ ਕਰਕੇ ਇੰਡੀਅਨ ਡਾਇਸਪੋਰਾ ਦੇ ਅਗੇਂਸਟ ਜਿਹੜੇ ਆ ਉਹ ਫਿਰ ਵੱਧ ਜਾਂਦੇ ਆ। ਖਾਸ ਕਰਕੇ ਤੁਸੀਂ ਦੇਖੋ ਅਫਗਾਨਿਸਤਾਨ ਦੇ ਵਿੱਚ ਹੁਣੇ ਖਬਰ ਆਈ ਹੈ ਕਿ ਤਾਲਿਬਾਨ ਨੇ ਕੁਝ ਭਾਰਤੀਆਂ ਨੂੰ ਜਿਹੜਾ ਉਹ ਛੱਡਿਆ ਆ। 2 ਤਾਂ ਇੰਡੀਅਨ ਜਿਹੜੇ ਤਾਲਿਬਾਨ ਨੇ ਜਿਹੜੇ 2018 ਦੇ ਵਿੱਚ ਅਗਵਾ ਕੀਤੇ ਸੀਗੇ ਉਹਨਾਂ ਨੂੰ ਛੱਡਿਆ। ਸੋ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਉਹ ਰਹਿੰਦੀਆਂ। ਅਫਗਾਨਿਸਤਾਨ ਦੇ ਵਿੱਚ ਤੇ ਅਕਸਰ ਹੀ ਭਾਰਤੀਆਂ ਦੇ ਉੱਪਰ ਕਾਫੀ ਹਮਲੇ ਹੁੰਦੇ ਰਹੇ ਆ। ਹਾਲਾਂਕਿ ਭਾਰਤ ਨੇ ਅਫਗਾਨਿਸਤਾਨ ਦੀ ਆਰਥਿਕ ਸਮਾਜਿਕ ਤਰੱਕੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਆ। ਇਹ ਇੱਕ ਬਿਲਕੁਲ ਵੀ ਅਸੀਂ ਇਸ ਨੂੰ ਜਿਹੜਾ ਉਹ ਭੁੱਲ ਨਹੀਂ ਸਕਦੇ। ਦੈਨ ਜਿਸ ਤਰ੍ਹਾਂ ਆਪਾਂ ਹੁਣੇ ਸਟਾਰਟਿੰਗ ਤੇ ਗੱਲ ਕੀਤੀ ਸੀ ਕਿ ਅਮਰੀਕਾ ਦੇ ਵਿੱਚ H1B ਵੀਜ਼ੇ ਦੇ ਉੱਪਰ ਰੋਕ ਲਗਾਈ ਆ ਤਾਂ ਕਿ ਉੱਥੋਂ ਦੇ ਜਿਹੜੇ ਲੋਕ ਉਹਨਾਂ ਨੂੰ ਨੌਕਰੀਆਂ ਮਿਲ ਸਕਣ। ਇਹਦੇ ਇਲਾਵਾ ਜਿਹੜੀਆਂ ਕੁਝ ਸੈਕਟੇਰੀਅਨ ਕ੍ਰਾਈਸਿਸ ਹੈ, ਹਮਾਸ ਹੋ ਗਿਆ ਤੁਹਾਡਾ ਜਿਹੜਾ, ਜਾਂ ਫਿਰ ਅਫਰੀਕਾ ਦੇ ਵਿੱਚ ਕੁਝ ਲੀਬੀਆ, ਸੀਰੀਆ, ਯਮਨ ਦੇ ਵਿੱਚ ਵੀ ਜਿਹੜਾ ਅਨਰੈਸਟ ਹੈ, ਸਮੱਸਿਆਵਾਂ ਆ ਰਹੀਆਂ ਹਨ। ਸੀਰੀਆ ਦੇ ਵਿੱਚ ਲੜਾਈ ਦੀ ਸਥਿਤੀ ਹੈ, ਉਹਦੇ ਨਾਲ ਵੀ NRIs ਦੀ ਜਿਹੜੀ ਆ ਉਹ ਕਾਫੀ ਦਿੱਕਤ ਆਉਂਦੀ ਹੈ, ਉਹਨਾਂ ਨੂੰ ਇਵੈਕੂਏਸ਼ਨ ਕਰਨ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ। ਜਦੋਂ 1990 ਦੇ ਵਿੱਚ ਅਗਸਤ ਦੇ ਵਿੱਚ ਗਲਫ ਵਾਰ ਹੋਈ, ਖਾੜੀ ਦਾ ਯੁੱਧ ਲੱਗਾ, ਤਾਂ ਉਸ ਟਾਈਮ ਦੇ ਉੱਪਰ ਭਾਰਤ ਦੇ ਵਿੱਚ ਸ਼੍ਰੀ ਚੰਦਰ ਸ਼ੇਖਰ ਸਾਹਿਬ ਦੀ ਸਰਕਾਰ ਸੀ ਔਰ ਚੰਦਰ ਸ਼ੇਖਰ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਹੁੰਦੇ ਸਨ ਇੱਕ ਬੜੇ ਹੀ ਸਾਡੇ ਮਹਾਨ ਡਿਪਲੋਮੈਟ ਔਰ ਸਾਡੇ ਪ੍ਰਧਾਨ ਮੰਤਰੀ ਹੋਏ ਆ ਸ਼੍ਰੀ ਇੰਦਰ ਕੁਮਾਰ ਗੁਜਰਾਲ ਸਾਹਿਬ। ਸੋ ਵਿਦੇਸ਼ ਮੰਤਰੀ ਰਹਿੰਦੇ ਹੋਇਆ ਉਹਨਾਂ ਨੇ ਲਗਭਗ 1.25 ਲੱਖ ਦੇ ਕਰੀਬ ਭਾਰਤੀਆਂ ਨੂੰ ਇਰਾਕ ਔਰ ਕੁਵੈਤ ਦੇ ਵਿੱਚੋਂ ਬਾਹਰ ਕੱਢਿਆ ਸੀ। ਇੰਡੀਅਨ 에ਅਰਲਾਈਨਸ ਔਰ 에ਅਰ ਇੰਡੀਆ ਉਸ ਟਾਈਮ ਦੇ ਉੱਪਰ ਹੋਣ ਤੇ ਉਹ ਇੰਡੀਅਨ ਬਣ ਗਈ, ਮਰਜ ਹੋ ਗਈ, ਔਰ ਪਰ ਉਸ ਟਾਈਮ ਦੇ ਉੱਪਰ ਲਗਭਗ 450 ਤੋਂ ਜ਼ਿਆਦਾ ਜਿਹੜੀ ਫਲਾਈਟਸ ਚਲਾ ਕੇ ਭਾਰਤੀਆਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਸੀ, ਲੈ ਕੇ ਆਂਦਾ ਗਿਆ ਸੀ। ਅਗਰ ਤੁਸੀਂ ਕਿਸੇ ਨੇ ਅਕਸ਼ੇ ਕੁਮਾਰ ਦੀ ਫਿਲਮ ਦੇਖੀ ਹੋਵੇ 에ਅਰਲਿਫਟ, ਤਾਂ ਤੁਹਾਨੂੰ ਉਹ ਘਟਨਾ ਬਾਰੇ ਥੋੜੀ ਬਹੁਤੀ ਜਾਣਕਾਰੀ ਜ਼ਰੂਰ ਹੋਏਗੀ ਜਾਂ ਹੋ ਸਕਦੀ ਹੈ। ਕਰੋਨਾ ਦਾ ਦੌਰ ਜਦੋਂ ਸ਼ੁਰੂ ਹੋਇਆ ਉਸ ਟਾਈਮ ਦੇ ਉੱਪਰ ਵੀ ਕਾਫੀ ਭਾਰਤੀਆਂ ਨੂੰ ਅਸੀਂ ਬਾਹਰਲੇ ਮੁਲਕਾਂ ਚੋਂ ਇਵੈਕੂਏਟ ਕੀਤਾ, ਲੈ ਕੇ ਆਂਦਾ। ਸੋ ਇਹ ਇੱਕ ਪ੍ਰੋਬਲਮ ਜਿਹੜੀ ਹੈਗੀ ਆ। ਦੂਸਰੀ ਗੱਲ, ਕਈ ਵਾਰੀ ਵਿਦੇਸ਼ੀ ਜਿਹੜੇ ਜ਼ਮੀਨ ਦੇ ਉੱਪਰ ਸਾਡੇ ਭਾਰਤੀ ਰਹਿੰਦੇ ਆ, ਉਹ ਸਾਡੀ ਭਾਰਤ ਦੀ ਸਰਕਾਰ ਦੀਆਂ ਜਿਹੜੀਆਂ ਕੁਝ ਪਾਲਿਸੀਜ਼ ਹੁੰਦੀਆਂ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਆ, ਜਿਹੜਾ ਕਿ ਮੀਡੀਆ ਦੇ ਦੌਰ ਦੇ ਵਿੱਚ ਬੜਾ ਹਾਈਲਾਈਟ ਹੋ ਜਾਂਦਾ ਹੈ। ਉਹ ਇੱਕ ਅੱਛੀ ਗੱਲ ਨਹੀਂ ਹੈ। ਜਿਸ ਤਰ੍ਹਾਂ ਜਦੋਂ NRC ਔਰ CAA ਬਿੱਲ ਪਾਸ ਹੋਇਆ ਇਸ ਸਾਲ, ਤੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ, ਇੰਗਲੈਂਡ, ਕੈਨੇਡਾ ਔਰ ਦੁਨੀਆ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜਿਹੜੇ ਉੱਥੇ NRIs ਆ ਉਹਨਾਂ ਨੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਜਿਹੜੇ ਉਹ ਮੁਜ਼ਾਹਰੇ ਕੀਤੇ, ਇਸ ਬਿੱਲ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈ ਐਕਸਟ੍ਰੈਡੀਸ਼ਨ ਟ੍ਰੀਟੀ, ਜਿਹਨੂੰ ਅਸੀਂ ਕਹਿੰਦੇ, ਅਗਰ ਤੁਸੀਂ ਸੁਣਿਆ ਹੋਵੇ ਤਾਂ ਪ੍ਰਤਿਅਰਪਣ ਸੰਧੀ ਉਹਨੂੰ ਅਸੀਂ ਹਿੰਦੀ ਦੇ ਵਿੱਚ ਕਹਿੰਦੇ ਹਾਂ, ਕਿ ਜਿਹੜੇ ਕ੍ਰਿਮੀਨਲਸ ਕੋਈ ਜੁਰਮ ਕਰਕੇ ਵਿਦੇਸ਼ੀ ਜ਼ਮੀਨ ਤੇ ਜਾ ਕੇ ਛੁਪ ਜਾਂਦੇ ਆ, ਅਗਰ ਤਾਂ ਸਾਡੇ ਮੁਲਕ ਦੀ ਉਹਨਾਂ ਨਾਲ ਕੋਈ ਐਕਸਟ੍ਰੈਡੀਸ਼ਨ ਟ੍ਰੀਟੀ ਹੈ ਤਾਂ ਉਹ ਵਾਪਸ ਆ ਸਕਦੇ ਆ, ਲੈ ਕੇ ਆਂਦਾ ਜਾ ਸਕਦਾ, ਨਹੀਂ ਤਾਂ ਸਾਨੂੰ ਉਹਨਾਂ ਨਾਲ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜੀ ਆ ਉਹ ਸਾਈਨ ਕਰਨੀ ਪੈਂਦੀ ਆ। ਜਿਸ ਤਰ੍ਹਾਂ ਤੁਸੀਂ ਅਬੂ ਸਲੇਮ ਦਾ ਕੇਸ ਦੇਖੋ, ਜਿਹੜਾ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਸੀ, ਉਸ ਨੂੰ ਭਾਰਤ ਲਿਆਉਣ ਲਈ ਪੁਰਤਗਾਲ ਨਾਲ ਸਾਨੂੰ ਜਿਹੜੀ ਆ ਉਹ ਇੱਕ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜੀ ਉਹ ਕਰਨੀ ਪਈ, ਸਾਈਨ ਕਰਨੀ ਪਈ। ਸੋ ਇਹ ਵੀ ਇੱਕ ਸਮੱਸਿਆ ਹੈ। ਦੂਸਰਾ, ਜਿਹੜੇ ਨਾਨ ਸਟੇਟ ਐਕਟਰ ਹੈ, ਇੱਕ ਬੜਾ ਵੱਡਾ ਇੱਕ ਵਰਡ ਤੁਸੀਂ ਸੁਣਿਆ ਹੋਏਗਾ ਕਿ ਅਕਸਰ ਜਦੋਂ ਭਾਰਤ ਦੇ ਵਿੱਚ ਕੋਈ ਅੱਤਵਾਦੀ ਘਟਨਾ ਹੁੰਦੀ ਆ ਤਾਂ ਸਾਡਾ ਜਿਹੜਾ ਗੁਆਂਢੀ ਮੁਲਕ ਹੈ ਪਾਕਿਸਤਾਨ, ਉਹ ਕਹਿ ਦਿੰਦਾ ਜੀ ਇਹ ਤਾਂ ਨਾਨ ਸਟੇਟ ਐਕਟਰ ਆ, ਸਾਡੇ ਦੇ ਬੰਦੇ ਹੈ ਨਹੀਂ। ਜਿਸ ਤਰ੍ਹਾਂ ਜਦੋਂ 2008 ਦੇ ਵਿੱਚ ਨਵੰਬਰ ਦੇ ਵਿੱਚ ਜਦੋਂ ਮੁੰਬਈ ਦੇ ਉੱਪਰ ਹਮਲੇ ਹੋਏ, ਜਿਹਦੇ ਵਿੱਚ ਅਜਮਲ ਆਮਿਲ ਕਸਾਬ ਜਿਹੜਾ ਆ ਉਹ ਗ੍ਰਿਫਤਾਰ ਹੋਇਆ, ਉਸ ਨੂੰ ਬਾਅਦ ਵਿੱਚ ਫਾਂਸੀ ਦੇ ਦਿੱਤੀ ਗਈ,
ਤਾਂ ਇਹ ਬਿਲਕੁਲ ਜਗ ਜਾਹਿਰ ਸੀ, ਪੂਰੀ ਦੁਨੀਆ ਨੂੰ ਪਤਾ ਸੀਗਾ ਕਿ ਇਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਉੱਥੋਂ ਦੇ ਲੋਕ ਹੈ, ਜ਼ਕੀ ਉਰ ਰਹਿਮਾਨ ਲਖਵੀ, ਇਹਨਾਂ ਦਾ ਹੱਥ ਹੈਗਾ। ਪਰ ਬਾਵਜੂਦ ਇਸ ਦੇ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਔਰ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਨਾਨ ਸਟੇਟ ਐਕਟਰ ਹੈ, ਇਹ ਸਾਡੇ ਲੋਕ ਨਹੀਂ ਹੈਗੇ। ਸੋ ਇਹ ਵੀ ਇੱਕ ਸਮੱਸਿਆ ਜਿਹੜੀ ਆ ਉਹ ਸਾਨੂੰ ਵਿਦੇਸ਼ੀ ਰਹਿੰਦੇ ਜਿਹੜੇ ਲੋਕ ਆ ਉਹਨਾਂ ਤੋਂ ਜਿਹੜੀ ਉਹ ਫੇਸ ਕਰਨੀ ਪੈਂਦੀ। ਹਾਲਾਂਕਿ ਭਾਰਤ ਦੀ ਸਰਕਾਰ ਨੇ ਆਪਣੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਕੀਤਾ ਉਸ ਤੋਂ ਬਾਅਦ ਵਿੱਚ। ਇਸ ਦੇ ਇਲਾਵਾ H1B ਵੀਜ਼ੇ ਤੋਂ ਇਲਾਵਾ ਸਾਊਦੀ ਅਰੇਬੀਆ ਨੇ ਨਿਤਾਕਤ ਲਾਅ ਜਿਹੜਾ ਪਾਸ ਕੀਤਾ ਸੀ, ਇਹ ਬੜਾ ਇੰਪੋਰਟੈਂਟ ਹੈ, ਇਹਨੂੰ ਵੀ ਆਪਾਂ ਸਮਝ ਲਈਏ ਕਿ ਨਿਤਾਕਤ ਕਾਨੂੰਨ ਦਾ ਮਤਲਬ ਇਹ ਹੈ ਕਿ ਹਰ 10 ਮਾਈਗ੍ਰੈਂਟ ਤੋਂ ਪਹਿਲਾਂ ਇੱਕ ਜਿਹੜਾ ਲੋਕਲ ਨਾਗਰਿਕ ਹੈ ਉਹਨੂੰ ਜਿਹੜੀ ਤਰਜੀਹ ਦਿੱਤੀ ਜਾਏਗੀ ਨੌਕਰੀਆਂ 'ਚ, ਯਾਨੀ ਕਿ ਲੋਕਲ ਲੋਕਾਂ ਨੂੰ ਤਰਜੀਹ ਦੇਣ ਦੀ ਜਿਹੜੀ ਗੱਲ ਆ ਉਹ ਆਖੀ ਜਾਂਦੀ ਹੈ। ਸੋ ਜਿਹੜੀ ਮਾਈਗ੍ਰੇਸ਼ਨ ਹੈ, ਆਊਟ ਮਾਈਗ੍ਰੇਸ਼ਨ ਹੈ, ਬ੍ਰੇਨ ਡਰੇਨ, ਸਾਡੇ ਕੋਲ ਬੱਚੇ ਪੜ੍ਹ ਲਿਖ ਕੇ ਇੱਥੇ ਦੀ ਜ਼ਮੀਨ ਦੇ ਵਿੱਚ ਪੜ੍ਹ ਕੇ ਕੰਮ ਜਾ ਕੇ ਵਿਦੇਸ਼ਾਂ 'ਚ ਕਰਦੇ ਆ। ਕਿਉਂ ਕਰਦੇ ਆ? ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਨੂੰ ਆਪਣੇ ਸਟੇਟਸ ਦੀ ਨੌਕਰੀ ਨਹੀਂ ਮਿਲਦੀ, ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਸ਼ਾਇਦ ਵਿਦੇਸ਼ੀ ਜ਼ਮੀਨ ਤੇ ਜ਼ਿਆਦਾ ਖੁਸ਼ਹਾਲੀ ਉਹਨਾਂ ਨੂੰ ਮਿਲੇਗੀ। ਸੋ ਸਾਡੀਆਂ ਅਗਰ ਇਸੇ ਤਰ੍ਹਾਂ ਸਾਡੇ ਬੱਚੇ ਬਾਹਰ ਜਾਂਦੇ ਰਹੇ ਤਾਂ ਇਸ ਪੰਜਾਬ ਨੂੰ ਕਿਹਨੇ ਸੰਭਾਲਣਾ ਹੈ, ਸਾਡੇ ਮੁਲਕ ਨੂੰ ਕਿਹਨੇ ਸੰਭਾਲਣਾ ਹੈ? ਸੋ ਸਾਡੀਆਂ ਸਰਕਾਰਾਂ ਨੂੰ ਜ਼ਰੂਰਤ ਹੈ ਕਿ ਉਹ ਹੈਲਥ ਐਜੂਕੇਸ਼ਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਇਨਵੈਸਟਮੈਂਟ ਕਰੇ, ਇੱਥੇ ਨੌਕਰੀਆਂ ਪੈਦਾ ਕਰੇ ਤਾਂ ਕਿ ਸਾਡੇ ਪੜ੍ਹੇ ਲਿਖੇ ਜਿਹੜੇ ਬੱਚੇ ਆ ਉਹ ਇੱਥੇ ਕੰਮ ਕਰਨ। ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨ ਹੈ ਉਹਨਾਂ ਦੇ ਵਿੱਚ ਪ੍ਰੋਫੈਸ਼ਨਲਸ ਦੀ ਕਮੀ ਜਿਹੜੀ ਆ ਉਹ ਨਾ ਆਵੇ। ਰਿਮਿਟੈਂਸ ਜਿਹੜੀਆਂ ਹਰ ਵਾਰੀ ਬੈਨੀਫੀਸ਼ੀਅਲ ਨਹੀਂ ਹੁੰਦੀਆਂ, ਕਈ ਵਾਰੀ ਉਹ ਜਿਹੜੀ ਐਂਟੀ ਇੰਡੀਆ ਮੂਵਮੈਂਟ ਹੈ, ਜਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਜੋ ਇਸ ਵਕਤ ਦੌਰ ਚੱਲਦਾ ਆ ਪਿਛਲੇ 30 ਸਾਲ ਤੋਂ, ਉਹਦੇ ਵਿੱਚ ਕਈ ਵਾਰੀ ਜਿਹੜੇ ਮੁਸਲਿਮ ਕੰਟਰੀਜ਼ ਦਾ ਪੈਸਾ ਲੱਗਾ ਹੁੰਦਾ ਆ। ਪੰਜਾਬ ਦੇ ਵਿੱਚ ਖਾਲਿਸਤਾਨ ਮੂਵਮੈਂਟ ਦੇ ਵਿੱਚ ਵੀ ਵਿਦੇਸ਼ੀ ਪੈਸੇ ਲੱਗਣ ਦੇ ਜਿਹੜੀਆਂ ਉਹ ਦੋਸ਼ ਲੱਗਦੇ ਰਹੇ ਆ। ਸੋ ਇਸ ਕਰਕੇ NRI ਜਿਹੜੇ ਆ ਉਹਨਾਂ ਨੂੰ ਸਿੱਧੇ ਤੌਰ ਤੇ ਭਾਰਤ ਦੇ ਵਿੱਚ ਕਦੀ ਵੀ ਫਰਮ ਜਿਹੜੀ ਲਾਉਣ ਲਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ, ਤਾਂ ਕਿ ਉਹ ਜਿਹੜੀ ਕੋਈ ਐਂਟਰਪ੍ਰੈਨਿਓਰ ਸਕਿੱਲ ਹੈ ਉਹਦਾ ਫਾਇਦਾ ਜਿਹੜਾ ਉਹ ਨਾ ਲੈ ਸਕਣ। ਸੋ ਜਿਹੜੀ ਈ ਮਾਈਗ੍ਰੈਂਟ ਸਿਸਟਮ ਹੈ ਜਾਂ ਮਿਨੀਮਲ ਰੈਫਰਲ ਵੇਜਸ ਪਾਲਿਸੀ ਹੈ ਭਾਰਤ ਸਰਕਾਰ ਦੀ, ਇਸ ਨਾਲ ਜਿਹੜੀਆਂ ਵਿਦੇਸ਼ੀ ਕੰਪਨੀਆਂ ਆ ਉਹਨਾਂ ਨੂੰ ਕਾਫੀ ਸੌਖਾ ਹੋ ਗਿਆ ਕਿ ਉਹ ਵਿਦੇਸ਼ੀ ਲੋਕਾਂ ਤੋਂ, ਜਿਹੜੀ ਵਿਦੇਸ਼ੀ ਮੁਲਕ ਹੈ ਬੰਗਲਾਦੇਸ਼ ਜਾਂ ਪਾਕਿਸਤਾਨ, ਉੱਥੋਂ ਜਿਹੜੇ ਪ੍ਰੋਫੈਸ਼ਨਲ ਆ ਉਹ ਹਾਇਰ ਕਰਨ ਬਜਾਏ ਇਸ ਦੇ ਕਿ ਭਾਰਤ ਤੋਂ। ਸੋ ਦਿਸ ਪਾਲਿਸੀ ਹੈਵ ਬੀਨ ਡੈਟਰੀਮੈਂਟਲ ਟੂ ਇੰਡੀਆ। ਸੋ ਇਹਦੇ ਨਾਲ ਕੁਝ ਨੁਕਸਾਨ ਜਿਹੜਾ ਉਹ ਸਾਨੂੰ ਚੱਲਣਾ ਪੈ ਰਿਹਾ ਹੈ। ਵੇ ਫਾਰਵਰਡ ਕੀ ਆ? ਭਾਰਤ ਨੂੰ ਜਿਹੜਾ ਰੋਟੇਸ਼ਨ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦਾ ਕਿ ਜਿਹੜੇ NRI ਸਾਇੰਟਿਸਟ ਹੈ, ਇੰਜੀਨੀਅਰ ਹੈ, ਡਾਕਟਰ ਹੈ, ਮੈਨੇਜਰ ਹੈ, ਪ੍ਰੋਫੈਸ਼ਨਲਸ ਹੈ, ਉਹ ਭਾਰਤ ਆ ਕੇ ਕੰਮ ਕਰਨ, ਇੱਥੋਂ ਦੇ ਲੋਕਾਂ ਨੂੰ ਟ੍ਰੇਨਿੰਗ ਦੇਣ। ਇਸ ਤੋਂ ਇਲਾਵਾ ਜਿਹੜੇ NRI ਆ ਉਹਨਾਂ ਨੂੰ ਭਾਰਤ ਸਰਕਾਰ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਇਹ ਮੁਤਮਈਨ ਕਰੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਜਿਹੜੀ ਆ ਉਹ ਭਾਰਤ ਦੇ ਵਿੱਚ ਆ ਕੇ ਕਰਨ, ਇੱਥੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਨ। ਇਸ ਤੋਂ ਇਲਾਵਾ ਜਿਹੜੇ ਇੱਕ ਸੈਪਰੇਟ ਮਿਨਿਸਟਰੀ ਚਾਹੀਦੀ ਆ ਸਟੇਟ ਲੈਵਲ ਤੇ ਵੀ, ਇੱਕ ਡਿਪਾਰਟਮੈਂਟ ਜਿਹੜਾ NRI ਦੇ ਜਿਹੜੇ ਮਸਲੇ ਆ ਉਹਨਾਂ ਨੂੰ ਡੀਲ ਕਰੇ। ਇਸ ਨੂੰ ਹੋਰ ਜ਼ਿਆਦਾ ਤਾਕਤਵਰ ਜਿਹੜੀ ਬਣਾਉਣ ਦੀ ਲੋੜ ਹੈ। ਸੋਸ਼ਲ ਮੀਡੀਆ ਨੂੰ ਬਹੁਤ ਰਿਸਪੌਂਸਿਬਲ ਹੋਣ ਦੀ ਲੋੜ ਹੈ ਕਿ ਕੋਈ ਵੀ ਸਾਡਾ ਭੈਣ ਭਰਾ ਜਿਹੜਾ ਬਾਹਰਲੇ ਮੁਲਕ 'ਚ ਰਹਿੰਦਾ ਉਸ ਨੂੰ ਕਦੀ ਵੀ ਇਹੋ ਜਿਹੀ ਟਿੱਪਣੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਬਿਲਕੁਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੋ ਦੇਸ਼ਾਂ ਦੇ ਜਿਹੜੇ ਆਪਸ ਦੇ ਜਿਹੜੇ ਸੰਬੰਧ ਹੈ ਉਹ ਖਰਾਬ ਹੋਣ ਜਾਂ ਦੋ ਕਮਿਊਨਿਟੀਜ਼ ਦੇ ਵਿੱਚ ਆਪਸ ਦੇ ਵਿੱਚ ਨਫ਼ਰਤ ਪੈਦਾ ਹੋਵੇ। ਸੋ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਬੜਾ ਜ਼ਰੂਰੀ ਹੈ। ਸੋ ਉਮੀਦ ਹੈ ਕਿ ਇੰਡੀਅਨ ਡਾਇਸਪੋਰਾ ਜਾਂ ਉਹਨਾਂ ਨਾਲ ਸੰਬੰਧਿਤ ਜਿਹੜੇ ਮਸਲੇ ਆ ਉਹਨਾਂ ਦੇ ਬਾਰੇ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਉਹ ਕਲੈਰਿਟੀ ਹੋਈ ਹੋਏਗੀ। ਤੁਹਾਡੇ ਸਵਾਲ ਅਗਰ ਕੋਈ ਹੋਣ ਤਾਂ ਸਾਡਾ ਜਿਹੜਾ ਫੋਨ ਨੰਬਰ ਹੈ ਅਕਸਰ ਸਾਰੇ ਅਧਿਆਪਕ ਸਾਹਿਬਾਨ ਔਰ ਬੱਚਿਆਂ ਕੋਲ ਹੈਗਾ, ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।